हेलो दोस्तों, लास्ट ਲੈਕਚਰ ਦੇ ਵਿੱਚ ਆਪਾਂ ਸੰਖਿਆਵਾਂ ਦੇ ਦੋ ਘਾਤੀ ਸਮੀਕਰਨ ਦੇ ਸਟੇਟਮੈਂਟ ਵਾਲੇ ਕੁਐਸਚਨਸ ਦੀ ਗੱਲ ਕੀਤੀ ਸੀ। ਪ੍ਰੈਕਟੀਕਲ ਲਾਈਫ 'ਚ ਯੂਜ਼ਸ ਦੀ ਗੱਲ ਕੀਤੀ ਸੀ। ਇਸ ਟੌਪਿਕ ਦੇ ਵਿੱਚ ਕੁਝ ਹੋਰ ਸਮੱਸਿਆਵਾਂ ਲੈ ਕੇ ਚੱਲਦੇ ਹਾਂ, ਜਿਵੇਂ ਉਮਰਾਂ ਨਾਲ ਸੰਬੰਧਿਤ। ਤਾਂ ਪਹਿਲੀ ਉਦਾਹਰਨ ਕੀ ਹੈ, ਦੇਖੋ। ਰੋਹਨ ਦੀ ਮਾਂ ਉਸ ਨਾਲੋਂ 26 ਸਾਲ ਵੱਡੀ ਹੈ। ਰੋਹਨ ਦੀ ਮਾਂ ਉਸ ਨਾਲੋਂ 26 ਸਾਲ ਵੱਡੀ ਹੈ। ਹੁਣ ਤੋਂ 3 ਸਾਲਾਂ ਬਾਅਦ ਉਹਨਾਂ ਦੀਆਂ ਉਮਰਾਂ ਦਾ ਗੁਣਨਫਲ 360 ਹੋ ਜਾਵੇਗਾ। ਉਹਨਾਂ ਦੀ ਵਰਤਮਾਨ ਉਮਰ ਪਤਾ ਕਰੋ। ਦੇਖੋ, ਇਸ ਟੌਪਿਕ ਦੇ ਵਿੱਚ ਜਿਹੜੀ ਆਪਾਂ ਗੱਲ ਕਰਦੇ ਹਾਂ ਉਹ ਉਮਰਾਂ ਦੇ ਨਾਲ ਸੰਬੰਧਿਤ ਹੈ। ਤਾਂ ਸਭ ਤੋਂ ਪਹਿਲਾਂ ਦੇਖੋ ਕੀ ਕਿਹਾ, ਪਹਿਲੀ ਲਾਈਨ ਪੜੋ। ਰੋਹਨ ਦੀ ਮਾਂ ਉਸ ਨਾਲੋਂ 26 ਸਾਲ ਵੱਡੀ ਹੈ। ਹੱਲ, ਰੋਹਨ ਦੀ ਮਾਂ ਦੀ ਉਮਰ ਕਿੰਨੀ ਹੈ? ਰੋਹਨ ਤੋਂ 26 ਸਾਲ ਵੱਡੀ ਹੈ। ਰੋਹਨ ਦੀ ਉਮਰ ਪਲੱਸ 26 ਸਾਲ, ਇਹੀ ਹੋ ਗਿਆ। ਤੇ ਜਦੋਂ ਦੇਖੋ ਇੱਥੇ ਆਪਾਂ ਨੂੰ ਇੱਕ ਲਾਈਨ ਦਿੱਤੀ ਹੋਈ ਹੈ, ਇੱਕ ਸ਼ਰਤ ਦਿੱਤੀ ਹੋਈ ਹੈ, ਜਿਹਦੇ ਵਿੱਚ ਦੋ ਚੱਲ ਹੈ। ਉਹ ਦੋ ਪਰਸਨ ਵੀ ਹੋ ਸਕਦੇ ਆ, ਦੋ ਸੰਖਿਆਵਾਂ ਵੀ ਹੋ ਸਕਦੀਆਂ, ਦੋ ਭੁਜਾਵਾਂ ਵੀ ਹੋ ਸਕਦੀਆਂ। ਤਾਂ ਸਭ ਤੋਂ ਸੌਖਾ ਤਰੀਕਾ ਕੀ ਹੈ? ਜੋ ਦੂਜੇ ਨੰਬਰ ਤੇ ਹੁੰਦਾ, ਜੋ ਦੂਸਰੇ ਨੰਬਰ ਤੇ ਹੁੰਦਾ, ਆਪਾਂ ਉਹਨੂੰ ਐਕਸ ਮੰਨਦੇ ਹੁੰਦੇ ਆ। ਮੰਨ ਲਓ ਰੋਹਨ ਦੀ ਉਮਰ ਐਕਸ ਸਾਲ। ਕਿਉਂਕਿ ਜਦੋਂ ਇੱਕ ਗੱਲ ਹੋਰ, ਆਪਾਂ ਜਦੋਂ ਉਮਰਾਂ ਦੀ ਗੱਲ ਕਰਦੇ ਹਾਂ, ਸਭ ਤੋਂ ਇੰਪੋਰਟੈਂਟ ਚੀਜ਼ ਜਦੋਂ ਆਪਾਂ ਮੰਨਦੇ ਹੁੰਦੇ ਹਾਂ ਉਮਰ ਨੂੰ ਲੈ ਕੇ, ਤਾਂ ਹਮੇਸ਼ਾ ਆਪਾਂ ਇਹ ਗੱਲ ਯਾਦ ਰੱਖਣੀ ਹੈ, ਆਪਾਂ ਹਮੇਸ਼ਾ ਕੀ ਕਰਦੇ ਹਾਂ? ਵਰਤਮਾਨ ਉਮਰ ਮੰਨਦੇ ਹਾਂ। ਇਹ ਗੱਲ ਜ਼ਰੂਰ ਯਾਦ ਰੱਖਣੀ ਹੈ, ਹਮੇਸ਼ਾ ਵਰਤਮਾਨ ਉਮਰ। ਠੀਕ। ਤਾਂ ਜੇ ਰੋਹਨ ਦੀ ਵਰਤਮਾਨ ਉਮਰ ਐਕਸ ਸਾਲ ਹੈ, ਤਾਂ ਫਿਰ ਰੋਹਨ ਦੀ ਮਾਂ ਦੀ ਵਰਤਮਾਨ ਉਮਰ ਆ ਐਕਸ ਹੋ ਗਈ, ਐਕਸ ਪਲੱਸ 26 ਸਾਲ। ਪਹਿਲੀ ਲਾਈਨ ਹੋ ਗਈ। ਉਸ ਤੋਂ ਬਾਅਦ ਹੁਣ ਤੋਂ 3 ਸਾਲਾਂ ਬਾਅਦ, 3 ਸਾਲ ਬਾਅਦ ਮੇਰੀ ਉਮਰ ਅੱਜ 34 ਸਾਲ ਹੈ। 3 ਸਾਲ ਬਾਅਦ ਮੇਰੀ ਉਮਰ ਕਿੰਨੀ ਹੋਣੀ ਹੈ? 37 ਸਾਲ। ਰੋਹਨ ਦੀ ਉਮਰ ਐਕਸ ਸਾਲ ਹੈ, ਤਾਂ 3 ਸਾਲ ਬਾਅਦ ਜਿਹੜੀ ਰੋਹਨ ਦੀ ਉਮਰ ਹੈ ਕਿੰਨੀ ਹੋਣੀ ਹੈ? ਐਕਸ ਪਲੱਸ 3। ਤੇ ਰੋਹਨ ਦੀ ਮਾਂ ਦੀ ਕਿੰਨੀ ਹੋਣੀ ਹੈ? ਫਿਰ ਉਹਦੀ ਐਕਸ ਪਲੱਸ 26 ਹੈ ਅੱਜ, ਤੇ 3 ਸਾਲਾਂ ਬਾਅਦ ਕੀ ਹੋ ਜਾਣੀ ਹੈ? ਐਕਸ ਪਲੱਸ 26 ਪਲੱਸ 3 ਐਕਸ ਪਲੱਸ 29 ਸਾਲ, ਹੈ ਨਾ। 3 ਸਾਲ ਬਾਅਦ ਉਹਨਾਂ ਦੀ ਉਮਰਾਂ ਦਾ ਗੁਣਨਫਲ, ਜੋ ਕਹਿੰਦੇ 3 ਸਾਲ ਬਾਅਦ ਉਹਨਾਂ ਦੀ ਉਮਰ ਹੈ ਕਿੰਨੀ ਹੈ? ਰੋਹਨ ਦੀ ਐਕਸ ਪਲੱਸ 3 ਹੈ, ਉਸ ਦੀ ਮਾਂ ਦੀ ਕਿੰਨੀ ਹੈ? ਐਕਸ ਪਲੱਸ 29 ਹੈ। ਕਹਿੰਦੇ ਉਹਨਾਂ ਦਾ ਉਮਰਾਂ ਦਾ ਗੁਣਨਫਲ 360 ਹੈ। ਕਿੰਨਾ ਦਿੱਤਾ ਹੋਇਆ ਹੈ? 360। ਤਾਂ ਫਿਰ ਇਹਦਾ ਮਤਲਬ ਕੀ ਹੋ ਗਿਆ? ਰੋਹਨ ਦੀ ਉਮਰ ਐਕਸ ਪਲੱਸ 3, ਉਸ ਦੀ ਮਾਂ ਦੀ ਉਮਰ ਐਕਸ ਪਲੱਸ 29 ਬਰਾਬਰ 360। ਗੁਣਾ ਕਰੀਏ, ਐਕਸ ਦੀ ਐਕਸ ਨਾਲ, ਐਕਸ ਦੀ 2, ਐਕਸ ਦੀ 29 ਨਾਲ ਪਲੱਸ 29x, ਕਿਉਂਕਿ ਪਲੱਸ ਦਾ ਨਿਸ਼ਾਨ ਹੈ, ਪਲੱਸ 3 ਗੁਣਾ ਐਕਸ ਪਲੱਸ 3x ਪਲੱਸ 3 ਗੁਣਾ 29, 29 ਤੀਆ 87 ਬਰਾਬਰ 360। ਐਕਸ ਦੀ 2 ਓਵੇਂ ਦਾ ਓਵੇਂ, ਆ ਦੋਨੋਂ ਇੱਕੋ ਨਾਲ ਦੀਆਂ ਸੰਖਿਆਵਾਂ, ਕਿਉਂਕਿ ਇੰਗਲਿਸ਼ ਦਾ ਅੱਖਰ ਇੱਕੋ ਨਾਲ ਦਾ ਹੈ। 29 ਤੇ 3 32, 87, 360 ਇੱਧਰ ਗਿਆ, ਇੱਧਰ ਆ ਕੇ ਕਾਹਦਾ ਹੋ ਗਿਆ? ਮਾਈਨਸ ਦਾ। ਐਕਸ ਦੀ 2 ਓਵੇਂ ਦਾ ਓਵੇਂ ਪਲੱਸ 32x, ਇਸ ਨੂੰ ਘਟਾ ਕੀਤਾ, ਘਟਾ ਕਰਕੇ ਆ ਗਿਆ -273। ਘਟਾ ਕੀਤਾ, ਘਟਾ ਕਰਕੇ ਕਿੰਨਾ ਆ ਗਿਆ ਆਪਣੇ ਕੋਲੇ?
273। ਹੁਣ ਕੀ ਕਰਾਂਗੇ ਆਪਾਂ ਇਹਨੂੰ, ਫਿਰ ਉਹੀ ਗੱਲ ਜੋ मैं पिछले ਲੈਕਚਰ 'ਚ ਗੱਲ ਕੀਤੀ ਸੀ, ਜਾਂ ਤਾਂ ਆਪਾਂ ਇਹਨੂੰ ਦੋ ਘਾਤੀ ਫਾਰਮੂਲੇ ਨਾਲ ਹੱਲ ਕਰਾਂਗੇ ਡਿਸਕ੍ਰਿਮੀਨੈਂਟ ਵਾਲੇ ਨਾਲ, ਜਾਂ ਇਹਨੂੰ ਆਪਾਂ ਗੁਣਨਖੰਡ ਵਿਧੀ ਨਾਲ ਹੱਲ ਕਰਾਂਗੇ। ਤਾਂ ਗੁਣਨਖੰਡ ਵਿਧੀ ਨਾਲ ਹੱਲ ਕੀਤਾ, ਆਪਾਂ ਨੂੰ ਦੋ ਸੰਖਿਆਵਾਂ ਇਹੋ ਜਿਹੀਆਂ ਚਾਹੀਦੀਆਂ ਜਿਨ੍ਹਾਂ ਦਾ ਜੋੜ +32 ਹੋਵੇ ਤੇ ਗੁਣਨਫਲ -73, ਉਹ ਬਣ ਜਾਣਗੇ 39 ਤੇ -7। ਇਹ ਹੋ ਗਿਆ 39x -7x ਤੇ 273 ਫਿਰ ਕੀ ਹੋ ਗਿਆ 39 ਗੁਣਾ -7। ਇਹੀ ਲਿਖਿਆ ਜਾਂਦਾ ਨਾ। ਪਹਿਲੇ ਜੋਟੇ ਦੇ ਵਿੱਚੋਂ x ਸਾਂਝਾ x + 39, ਦੂਜੇ ਜੋਟੇ ਦੇ ਵਿੱਚੋਂ -7 ਸਾਂਝਾ x + 39। ਤਾਂ ਦੇਖੋ ਆਪਣੇ ਕੋਲੇ ਗੁਣਨਖੰਡ ਬਣਾ ਕੇ ਕੀ ਆ ਗਿਆ 39 ਤੇ -7। ਹੁਣ ਇਹਦਾ ਆਪਾਂ ਜੋੜ, ਇਹਦੇ ਵਿੱਚੋਂ x + 39 ਸਾਂਝਾ, ਪਿੱਛੇ ਬਚ ਗਿਆ x - 7। ਤਾਂ ਇਸ ਤੋਂ ਬਾਅਦ ਕੀ ਕਰਦੇ ਸੀ, ਇੱਕ ਵਾਰ ਇਸ ਨੂੰ 0 ਭਰਾਂਗੇ, ਇੱਕ ਵਾਰੀ ਉਸ ਨੂੰ 0। ਇੱਥੇ ਹੱਲ ਕਰ ਰਿਹਾ ਮੈਂ, ਜਾਂ ਤਾਂ x + 39 ਬਰਾਬਰ ਹੈ 0, 39 ਉੱਧਰ ਜਾ ਕੇ ਕਾਹਦਾ ਹੋ ਗਿਆ ਮਾਈਨਸ ਦਾ। ਹੁਣ ਅਸਲ 'ਚ x ਕੀ ਹੈ, ਉਮਰ ਹੈ, ਉਮਰ ਕਦੇ ਵੀ ਮਾਈਨਸ ਨਹੀਂ ਹੋ ਸਕਦੀ, ਤਾਂ ਇਹ ਹੋ ਗਿਆ ਰਿਜੈਕਟ। ਜਾਂ x - 7 ਬਰਾਬਰ ਹੈ 0 ਤੇ x ਕਿਹਦੇ ਬਰਾਬਰ ਆ ਗਿਆ 7, ਤਾਂ ਠੀਕ ਹੈ। ਤਾਂ ਇਹਦਾ ਮਤਲਬ ਰੋਹਨ ਦੀ ਵਰਤਮਾਨ ਉਮਰ x ਹੈ, ਤਾਂ ਰੋਹਨ ਦੀ ਵਰਤਮਾਨ ਉਮਰ ਕਿੰਨੀ ਹੋ ਗਈ 7 ਸਾਲ। ਤਾਂ ਜਿਹੜੀ ਉਸ ਦੀ ਮਦਰ ਹੈ, ਉਸ ਦੀ ਮਾਂ ਦੀ ਵਰਤਮਾਨ ਉਮਰ ਕਿੰਨੀ ਹੋਣੀ ਹੈ, ਉਹ ਤੋਂ 26 ਸਾਲ ਵੱਡੀ ਸੀ। ਕਿੰਨਾ ਹੋ ਗਿਆ 26 ਤੇ 7 33 ਸਾਲ। ਤਾਂ ਇਹਦਾ ਮਤਲਬ ਆਨਸਰ ਕਿੰਨਾ ਆ ਗਿਆ, ਰੋਹਨ ਦੀ ਉਮਰ ਕਿੰਨੀ ਹੋ ਗਈ 7 ਸਾਲ, ਉਸ ਦੀ ਮਾਂ ਦੀ ਉਮਰ ਕਿੰਨੀ ਹੋ ਗਈ 33 ਸਾਲ। ਆਨਸਰ ਚੈੱਕ ਕਰਨਾ, ਜਿਹੜੀ ਆਪਾਂ ਗੱਲ ਲਗਾਤਾਰ ਹਰ ਵਾਰ ਕਰਦੇ ਆ ਰਹੇ ਹਾਂ, ਆਪਾਂ ਆਨਸਰ ਚੈੱਕ ਕਰਦੇ ਹਾਂ। ਕੀ ਕਿਹਾ 3 ਸਾਲ ਬਾਅਦ, ਅੱਜ ਰੋਹਨ ਦੀ ਉਮਰ 7 ਸਾਲ ਹੈ, 3 ਸਾਲ ਬਾਅਦ ਕਿੰਨੀ ਹੋ ਗਈ 10। ਉਸ ਦੀ ਮਦਰ ਦੀ ਉਮਰ ਅੱਜ 33 ਸਾਲ ਹੈ, 3 ਸਾਲ ਬਾਅਦ ਕਿੰਨੀ ਹੋ ਗਈ 36, ਹੈ ਨਾ। ਉਹਨਾਂ ਦਾ ਗੁਣਨਫਲ, ਇਹਦੀ ਗੁਣਾ ਕਰੋ, ਤੇ ਜਦੋਂ ਗੁਣਾ ਕਰਾਂਗੇ ਕਿੰਨਾ ਆ ਗਿਆ 360। ਤਾਂ ਇਹਦਾ ਮਤਲਬ ਆਪਣਾ ਜੋ ਆਨਸਰ ਹੈ ਉਹ ਕੀ ਹੈ, ਠੀਕ ਹੈ। ਤਾਂ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਨੇ ਕੁਐਸਚਨ ਨੂੰ ਹੱਲ ਕਰਨਾ ਹੈ। ਤਾਂ ਇਹ ਆਪਣੇ ਕੋਲੇ ਦੇਖੋ ਕੁਐਸਚਨ ਆ ਗਿਆ। ਇੱਕ ਕੁਐਸਚਨ ਆਪਾਂ ਹੋਰ ਕਰਦੇ ਹਾਂ ਉਮਰ ਦਾ, ਤਾਂ ਕਿ ਕੁਐਸਚਨ ਥੋੜਾ ਜਿਹਾ ਹੋਰ ਕਲੀਅਰ ਹੋ ਜਾਏ। ਅਗਲਾ ਕੁਐਸਚਨ ਆਪਾਂ ਲਿਖਦੇ ਹਾਂ ਇਸੇ ਟਾਈਪ ਦੇ ਵਿੱਚ, ਇੱਕ ਸਮਕੋਣ ਤਿਕੋਣ ਦੀ, ਇੱਕ ਸਮਕੋਣ ਤਿਕੋਣ ਦੀ ਉਚਾਈ ਉਸ ਦੇ ਆਧਾਰ ਤੋਂ 7 ਸੈਂਟੀਮੀਟਰ ਘੱਟ ਹੈ। ਇੱਕ ਸਮਕੋਣ ਤਿਕੋਣ ਦੀ ਉਚਾਈ ਉਸ ਦੇ ਆਧਾਰ ਤੋਂ 7 ਸੈਂਟੀਮੀਟਰ ਘੱਟ ਹੈ ਜੇਕਰ ਕਰਨ, ਤਿਕੋਣ ਦਾ ਕਰਨ 13 ਸੈਂਟੀਮੀਟਰ ਹੋਵੇ ਤਾਂ ਬਾਕੀ ਭੁਜਾਵਾਂ ਪਤਾ ਕਰੋ। ਆਪਾਂ ਨੂੰ ਆ ਦਿੱਤਾ ਹੋਇਆ। ਤਾਂ ਸਭ ਤੋਂ ਪਹਿਲਾਂ ਉਹੀ ਗੱਲ ਪਹਿਲੀ ਲਾਈਨ 'ਚ ਕੀ ਲਿਖਿਆ ਹੋਇਆ ਹੈ, ਕਹਿੰਦੇ ਤਿਕੋਣ ਦੀ ਉਚਾਈ ਆਧਾਰ ਤੋਂ, ਤਿਕੋਣ ਦੀ ਉਚਾਈ ਆਧਾਰ ਤੋਂ 7 ਸੈਂਟੀਮੀਟਰ ਘੱਟ ਹੈ। ਇਹੀ ਦਿੱਤਾ ਹੋਇਆ ਨਾ। ਤਾਂ ਦੂਜੇ ਨੰਬਰ ਤੇ ਆਧਾਰ ਦੇਤਾ ਤੁਹਾਨੂੰ। ਮੈਂ ਕਿਹਾ ਸੀ ਜੋ ਇੱਕ ਸ਼ਰਤ ਦਿੱਤੀ ਹੋਈ ਹੈ, ਜਿਹੜਾ ਦੂਜੇ ਨੰਬਰ ਤੇ ਹੁੰਦਾ ਉਹਨੂੰ x ਲੈ ਕੇ ਚੱਲਣਾ ਹੈ। ਮੰਨ ਲਓ ਆਧਾਰ x, ਜੇ ਆਧਾਰ x ਹੈ ਤਾਂ ਉਚਾਈ ਹੋ ਗਈ x - 7, ਕਿਉਂਕਿ ਸਮਕੋਣ ਤਿਕੋਣ ਹੈ ਇੱਕ ਕਰਨ ਦੇਤਾ। ਤੇ ਹੁਣ ਸਮਕੋਣ ਤਿਕੋਣ ਦੇ ਵਿੱਚ ਕਰਨ ਤੁਹਾਨੂੰ ਦੇ ਰੱਖਿਆ ਹੈ, ਆਧਾਰ ਨੂੰ ਆਪਾਂ ਸਪੋਜ਼ ਕਰ ਲਿਆ, ਉਚਾਈ ਆ ਗਈ। ਤਾਂ ਆਪਣੇ ਕੋਲੇ ਸਭ ਤੋਂ ਇੰਪੋਰਟੈਂਟ ਕਿਹੜੀ ਥਿਓਰਮ ਹੈ, ਪਾਈਥਾਗੋਰਸ ਥਿਓਰਮ। ਪਾਈਥਾਗੋਰਸ ਥਿਓਰਮ ਹੈ ਨਾ, ਇਹੀ ਹੈ ਨਾ। ਤੇ ਪਾਈਥਾਗੋਰਸ ਥਿਓਰਮ ਕੀ ਕਹਿੰਦੇ ਸੀ, ਯਾਦ ਹੈ ਕੁਝ, ਕਰਨ ਦੀ 2 ਬਰਾਬਰ ਲੰਬ ਦੀ 2 ਪਲੱਸ ਆਧਾਰ ਦੀ 2। ਕਰਨ ਕਿੰਨਾ ਹੈ 13, ਲੰਬ ਦਾ ਮਤਲਬ ਉਚਾਈ x - 7, ਆਧਾਰ ਕਿੰਨਾ ਹੋ ਗਿਆ x। 13 ਦੀ 2 ਵਾਰ ਗੁਣਾ ਕੀਤੀ, 13 13 169। ਇਹ ਆਪਣੇ ਕੋਲੇ ਫਾਰਮੂਲਾ ਬਣ ਗਿਆ a - b ਦੀ 2, a ਦੀ 2 ਪਲੱਸ b ਦੀ 2
-2 गुना ए गुना बी आह ओमे दा ओमे। इदों बाद की करांगे आपां ब्रैकेट हल करांगे। एक्स दी 2 7 7 49 7 दूनी 14 प्लस एक्स दी 2 है ना। हुण की करांगे इहनूं थोड़ा सिंपलीफाई करिए आपां। एक्स दी 2 प्लस एक्स दी 2 2 एक्स दी 2 माइनस 14 एक्स प्लस 49 169 दूजे पासे लैके गए माइनस का हो गया कि बराबर आ गया 0 दे। 2x दी 2 माइनस 14x इन्हों आपस में हल किया अपने कोले कितना आ गया -120। हुण ध्यान नाल देखिए उरे 3 संख्यावां ने 3 रकमां ने तो तिन्ने सौखा बनाने लई 2 दे पहाड़े ते वंडियां जांदियां तां इहनूं वंड दो 2 नाल वंडन ते इस नूं वंडिया x दी 2 इस नूं वंडिया 7 इहनूं वंडिया 60। हुण 2 घाती समीकरण बन गई। आपां इहनूं किसी मर्जी विधि नाल हल कर सकते हैं गुणनखंड विधि या 2 घाती फॉर्मूला। गुणनखंड विधि 2 संख्यावां का जोड़ -7 चाहिए तो आपां नूं गुना कितनी चाहिए है -60। तो संख्यावां चैक करो की बननगियां -12 ते 5 एक्स दी 2 -12x प्लस 5x -12 गुना 5 बराबर है 0। पहला जोटा x साझा x -12 दूसरा जोटा +5 साझा x -12 पिछे की बच गया x -12 ते x +5 पिछे अपने को हल करके की बच गया x -12 अते x +5। मैं इत्थे नूं हल कर रहा या तो आ 0 आ गया 12 इधर आके प्लस का हो गया या आ 0 आ गया उधर जाके माइनस। तो आपां नूं पता है भुजा कदे भी माइनस नहीं हो सकती तो यह होगी रिजैक्ट। हुण एक्स की है अपने कोले देखो एक्स नूं आपां की मन्निया आधार तो इसलिए आधार कितना सी एक्स किहदे बराबर आ गया 12 दे ते उचाई x -7 x है 12 12 -7 5 तो ਜਿਹੜੇ ਭੁਜਾਵਾਂ आ गई किन्नियां आ गई क्योंकि ये सेंटीमीटर च है 12 सेंटीमीटर ਅਤੇ 5 सेंटीमीटर। हुण देखो आ अपने को 12 बन गई ये 5 आ गई तो आंसर चैक करना है तुसी चैक कर सकते हो। पाइथागोरस थ्योरम इत्थे अपने को लग जानी है तो पाइथागोरस थ्योरम के नाल ये क्वेश्चन अपने को की हो जाना है हल हो जाना है। अगे आप क्वेश्चन करते हैं एक होर इस नाल दा। क्वेश्चन की है देखो एको ही लाइन एक पहली लाइन पढ़ो शर्त लिखो सिर्फ आप यह काम करना है। तो क्वेश्चन है एक आयताकार खेत का विकर्ण एक आयताकार खेत का विकर्ण उसकी छोटी भुजा तो 60 मीटर वध लंबा है उसकी छोटी भुजा तो 60 मीटर लंबा है। जेकर वड्डी भुजा जेकर वड्डी भुजा छोटी भुजा तो 30 मीटर वध होवे। देखो 2 शर्तां आ गई इत्थे तां खेत दियां भुजावां पता करो तां खेत दियां भुजावां पता करो। हुण इत्थे अपने कोले 2 शर्तां आ गई है ना। पहली शर्त की कहंदी है पहली लाइन पढ़ो एक आयताकार खेत का विकर्ण विकर्ण छोटी भुजा तो 60 मीटर वध है ना। अगली लाइन की लिखता वड्डी भुजा छोटी भुजा तो 30 मीटर वध है। इदों पहला आप जी गल की अपने को एक शर्त दी होंगी सी है ना परंतु इत्थे 2 दी है
ਤੇ ਦੋਹਾਂ ਸ਼ਰਤਾਂ ਦੇ ਵਿੱਚ ਕੀ ਸਾਂਝਾ ਪਿਆ? ਆ ਸਾਂਝੀ ਪਈ ਹੈ ਨਾ, ਤਾਂ ਇਹਨੂੰ x ਮੰਨੋ। ਮੰਨ ਲਓ ਛੋਟੀ ਭੁਜਾ x ਮੀਟਰ, ਕਿਉਂਕਿ ਆਪਣੇ ਕੋਲ ਮੀਟਰ ਚੱਲ ਰਿਹਾ ਇੱਥੇ, ਤਾਂ ਵਿਕਰਨ ਕੀ ਹੋ ਗਿਆ ਫਿਰ? ਛੋਟੀ ਭੁਜਾ x ਪਲੱਸ 60 ਮੀਟਰ ਅਤੇ ਵੱਡੀ ਭੁਜਾ ਕੀ ਹੈ ਆਪਣੇ ਕੋਲੇ? ਛੋਟੀ ਭੁਜਾ x ਪਲੱਸ 30 ਮੀਟਰ। ਹੁਣ ਆਪਣੇ ਕੋਲੇ ਖਾਸੀਅਤ ਕੀ ਹੈ? ਜਦੋਂ ਆਇਤ ਦਿੱਤੀ ਹੁੰਦੀ ਹੈ ਆਪਾਂ ਨੂੰ ਪਤਾ ਹੈ 90 ਡਿਗਰੀ ਦਾ ਕੋਣ ਹੈ, ਆਹ ਵਿਕਰਨ ਹੋ ਗਿਆ। ਆ ਇੱਕ ਭੁਜਾ, ਪਹਿਲੀ ਭੁਜਾ ਲੈ ਲਓ, ਚਾਹੇ ਛੋਟੀ ਜਾਂ ਵੱਡੀ, ਸ਼ਕਲ ਦੇ ਹਿਸਾਬ ਨਾਲ ਛੋਟੀ ਹੋ ਗਈ, ਆ ਵੱਡੀ, ਤਾਂ ਇੱਥੇ ਸਮਕੋਣੀ ਤਿਕੋਣ ਬਣਦੀ ਹੈ ਨਾ, ਇਹ ਸਮਕੋਣੀ ਤਿਕੋਣ ਬਣਦੀ ਹੈ ਨਾ। ਤਾਂ ਜੇ ਸਮਕੋਣੀ ਤਿਕੋਣ ਬਣਦੀ ਹੈ ਤਾਂ ਕਿਹੜਾ ਫਾਰਮੂਲਾ ਲੱਗ ਗਿਆ? ਪਾਈਥਾਗੋਰਸ ਥਿਓਰਮ, ਜੋ ਆਪਾਂ ਲਾਸਟ ਕੁਐਸਚਨ 'ਚ ਗੱਲ ਕੀਤੀ ਹੈ। ਤਾਂ ਫਿਰ ਪਾਈਥਾਗੋਰਸ ਥਿਓਰਮ ਦੇ ਹਿਸਾਬ ਨਾਲ ਦੇਖੋ ਕੀ ਹੋ ਗਿਆ, ਇੱਥੇ ਜੋ ਕਰਨ ਹੈ ਉਹ ਵਿਕਰਨ ਬਣ ਗਿਆ, ਇਹਦੀ ਘਾਤ 2 ਬਰਾਬਰ ਆ ਲੰਬ ਹੋ ਗਿਆ ਹੈ ਨਾ, ਆ ਕਰਨ ਹੋ ਗਿਆ, ਆ ਆਧਾਰ ਹੋ ਗਿਆ। ਤਾਂ ਲੰਬ ਛੋਟੀ ਭੁਜਾ ਦੀ 2 ਪਲੱਸ ਵੱਡੀ ਭੁਜਾ ਦੀ ਘਾਤ 2। ਹੁਣ ਕੀ ਕਰਾਂਗੇ? ਕੀਮਤਾਂ ਭਰਾਂਗੇ। ਵਿਕਰਨ ਕਿੰਨਾ ਆਪਣੇ ਕੋਲੇ? x ਪਲੱਸ 60। ਛੋਟੀ ਭੁਜਾ ਨੂੰ ਆਪਾਂ x ਮੰਨ ਕੇ ਚੱਲੇ ਹਾਂ, ਤੇ ਵੱਡੀ ਭੁਜਾ ਆਪਣੇ ਕੋਲ ਕਿੰਨੀ ਹੈ? x ਪਲੱਸ 30। ਫਾਰਮੂਲਾ ਬਣ ਗਿਆ a ਪਲੱਸ b ਦੀ 2, a ਦੀ 2 ਪਲੱਸ b ਦੀ 2 ਪਲੱਸ 2 ਗੁਣਾ a ਗੁਣਾ b, ਆ ਓਮੇ ਦਾ ਓਮੇ। ਇੱਥੇ ਵੀ ਫਾਰਮੂਲਾ ਬਣ ਗਿਆ a ਦੀ 2 ਪਲੱਸ b ਦੀ 2 ਪਲੱਸ 2 ਗੁਣਾ a ਗੁਣਾ b। ਹੱਲ ਕਰਦੇ ਹਾਂ। x ਦੀ 2 60 ਦੀ 60 ਨਾਲ ਗੁਣਾ ਕੀਤੀ 3600, 60 ਦੀ 2 ਨਾਲ ਕੀਤੀ 120, x ਦੀ 2 x ਦੀ 2 2x ਦੀ 2, 30 ਦੀ 30 ਨਾਲ ਕੀਤੀ 900, 30 ਦੂਣੀ 60 ਹੈ ਨਾ। ਤਾਂ ਆ ਸਮੀਕਰਨ ਆ ਗਈ। ਤਾਂ ਕੀ ਕਰਾਂਗੇ ਇੱਧਰ, ਕਿਉਂਕਿ ਇੱਧਰ 2x ਦੀ 2 ਪਿਆ, ਚਾਹੇ ਤੁਸੀਂ ਸੱਜੇ ਵਾਲੀ ਨੂੰ ਖੱਬੇ ਲੈ ਜਾਓ ਜਾਂ ਖੱਬੇ ਵਾਲੀ ਨੂੰ ਸੱਜੇ ਲੈ ਜਾਓ, ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਕਰ ਸਕਦੇ ਹੋ। ਮੈਂ ਇੱਥੇ ਲਿਖ ਰਿਹਾ, ਹੁਣ ਇੱਥੇ ਆਪਾਂ ਖੱਬੇ ਵਾਲੀ ਨੂੰ ਉੱਧਰ ਲੈ ਕੇ ਜਾ ਰਹੇ ਹਾਂ। ਤਾਂ 2x ਦੀ 2 ਪਲੱਸ 900 ਪਲੱਸ 60x, ਆ ਸਾਰੀਆਂ ਉੱਧਰ ਗਈਆਂ ਕਿਉਂਕਿ ਤਿੰਨੇ ਪਲੱਸ ਦੀਆਂ ਨੇ, ਤਾਂ ਤਿੰਨੇ ਜਾ ਕੇ ਉਹਦੀਆਂ ਕਾਦੀਆਂ ਹੋ ਜਾਣਗੀਆਂ ਮਾਈਨਸ ਦੀਆਂ। 2x ਦੀ 2 ਤੇ ਮਾਈਨਸ x ਦੀ 2, x ਦੀ 2 60x ਮਾਈਨਸ 120x ਮਾਈਨਸ 60x ਪਲੱਸ 900 ਮਾਈਨਸ 3600 ਮਾਈਨਸ 250। ਹੁਣ ਆ ਗਿਆ। ਕੀ ਕਰਾਂਗੇ? ਗੁਣਨਖੰਡ ਵਿਧੀ। ਦੋ ਸੰਖਿਆਵਾਂ ਦਾ ਜੋੜ ਮਾਈਨਸ 60 ਹੈ ਤੇ ਜੋ ਗੁਣਨਫਲ ਹੈ ਕਿੰਨਾ ਹੈ? ਮਾਈਨਸ 2700 ਹੈ। ਤਾਂ ਹੱਲ ਕਰਾਂਗੇ, ਆਪਣੇ ਕੋਲੇ ਬਣ ਜਾਣਾ ਹੈ ਮਾਈਨਸ 90x ਪਲੱਸ 30x ਮਾਈਨਸ 90 ਗੁਣਾ 30। ਸੰਖਿਆਵਾਂ ਕੀ ਬਣ ਗਿਆ? ਇਹ ਬਣ ਜਾਣਗੀਆਂ। ਅੱਗੇ ਹੱਲ ਕਰੀਏ ਤਾਂ ਆਪਣੇ ਕੋਲ ਕੀ ਬਣ ਰਿਹਾ ਦੇਖੋ, ਪਹਿਲਾ ਜੋਟਾ x ਸਾਂਝਾ x ਮਾਈਨਸ 90, ਦੂਜਾ ਜੋਟਾ 30 ਸਾਂਝਾ x ਮਾਈਨਸ 90। ਹੁਣ x ਮਾਈਨਸ 90 ਸਾਂਝਾ x ਪਲੱਸ 30। ਇੱਕ ਵਾਰੀ ਆ 0 ਆ ਗਿਆ, 90 ਮਾਈਨਸ ਦਾ ਉਧਰ ਜਾ ਕੇ ਕਾਹਦਾ ਹੋ ਗਿਆ? ਪਲੱਸ ਦਾ। ਇੱਕ ਵਾਰੀ ਦੂਜੀ ਰਕਮ 0 ਆ ਗਈ, 30 ਪਲੱਸ ਦਾ ਉਧਰ ਜਾ ਕੇ ਕਾਹਦਾ ਆ ਗਿਆ? ਮਾਈਨਸ ਦਾ। ਪਰ ਆਪਾਂ ਨੂੰ ਪਤਾ ਹੈ ਉਰੇ ਭੁਜਾਵਾਂ ਦੀ ਗੱਲ ਚੱਲ ਰਹੀ ਹੈ ਤੇ ਭੁਜਾਵਾਂ ਮਾਈਨਸ 'ਚ ਕਦੇ ਵੀ ਨਹੀਂ ਹੋ ਸਕਦੀਆਂ, ਤਾਂ ਇਹ ਰਿਜੈਕਟ ਹੋ ਗਿਆ। ਤਾਂ x ਆ ਗਿਆ 90। ਹੁਣ x ਕੀ ਸੀ ਦੇਖੋ? ਛੋਟੀ ਭੁਜਾ। ਤਾਂ ਛੋਟੀ ਭੁਜਾ ਆ ਗਈ 90, ਵਿਕਰਨ ਆ ਗਿਆ 90 ਪਲੱਸ 60 150, ਤੇ ਵੱਡੀ ਭੁਜਾ ਕਿੰਨੀ ਆ ਗਈ? 90 ਪਲੱਸ 30 120 ਮੀਟਰ। ਤਾਂ ਦੇਖੋ ਇਹ ਆਪਣੇ ਕੋਲੇ ਆਂਸਰ ਆ ਗਿਆ। ਛੋਟੀ ਭੁਜਾ ਆ ਗਈ 90, ਵਿਕਰਨ ਆ ਗਿਆ 150 ਮੀਟਰ ਤੇ ਵੱਡੀ ਭੁਜਾ ਕਿੰਨੀ ਆ ਗਈ? 120 ਮੀਟਰ। ਕੀਤਾ ਕੀ ਹੈ ਇੱਥੇ? ਜੋ ਸਭ ਤੋਂ ਇੰਪੋਰਟੈਂਟ ਚੀਜ਼ ਹੈ ਨਾ, ਇੱਥੇ ਦੋ ਸ਼ਰਤਾਂ ਬਣ ਗਈਆਂ। ਮੈਂ ਤਾਂ ਹੀ ਇਸ ਨੂੰ ਰੱਬ ਨਹੀਂ ਕੀਤਾ, ਮੈਂ ਉਧਰਲਾ ਪਾਰਟ ਰੱਬ ਕੀਤਾ ਸੀ। ਇੱਥੇ ਦੋ ਸ਼ਰਤਾਂ ਬਣ ਗਈਆਂ। ਅਗਰ ਤਾਂ ਇੱਕ ਸ਼ਰਤ ਹੁੰਦੀ, ਜਿਵੇਂ ਆਪਾਂ ਪਿਛਲੇ ਕੁਐਸਚਨ ਗੱਲ ਕੀਤੀ ਸੀ, ਤਾਂ ਮੈਂ ਕੀ ਕਿਹਾ ਸੀ? ਜਿਹੜੀ ਦੂਜੇ ਸਥਾਨ ਤੇ ਚੱਲ ਆਪਾਂ ਲੈ ਕੇ ਚੱਲਦੇ ਆਪਾਂ ਉਹਨੂੰ x ਲੈਂਦੇ ਹਾਂ। ਲੇਕਿਨ ਜਦੋਂ ਦੋ ਸ਼ਰਤਾਂ ਆ ਗਈਆਂ ਨਾ, ਤਾਂ ਜਿਹੜੀ ਸਾਂਝੀ ਹੁੰਦੀ ਆ ਦੋਹਾਂ 'ਚ, ਕਿਉਂਕਿ ਸੌਖਾ ਬਣ ਜਾਂਦਾ ਲੈਣ ਨੂੰ, ਆਪਾਂ ਕੋਈ ਵੀ ਲੈ ਦੀ ਆਂਸਰ ਤੇ ਕੋਈ ਫਰਕ ਨਹੀਂ ਪੈਂਦਾ, ਪਰ ਸੌਖਾ ਕਰਨਾ ਆਪਾਂ ਕੁਐਸਚਨ ਨੂੰ, ਤਾਂ ਜਿਹੜੀ ਦੋਹਾਂ 'ਚ ਸਾਂਝੀ ਹੁੰਦੀ ਹੈ ਨਾ, ਆਪਾਂ ਉਹਨੂੰ ਆਪਾਂ
x ਮੰਨ ਕੇ ਚੱਲਦੇ ਹੁੰਦੇ ਆ। ਤਾਂ ਇਹ ਹੋ ਗਿਆ ਦੇਖੋ ਆਪਣਾ ਇਹ ਕੁਐਸਚਨ। ਹੁਣ ਆਪਾਂ ਅਗਲੇ ਪਾਰਟ ਤੇ ਚੱਲਦੇ ਆ, ਅਗਲੇ ਕੁਐਸਚਨ ਤੇ ਚੱਲਦੇ ਆ। ਅਗਲੀ ਉਦਾਹਰਨ ਆਪਣੇ ਕੋਲੇ ਥੋੜਾ ਇਸੇ ਟਾਈਪ 'ਚ ਲੈ ਰਹੇ ਹਾਂ ਆਪਾਂ ਖੇਤਰਫਲ ਦੇ ਵਿੱਚ। ਉਦਾਹਰਨ ਹੈ ਇੱਕ ਆਇਤਾਕਾਰ ਪਲਾਟ ਦਾ ਖੇਤਰਫਲ, ਇੱਕ ਆਇਤਾਕਾਰ ਪਲਾਟ ਦਾ ਖੇਤਰਫਲ 528 मीटर ਦੀ 2 या वर्ग मीटर है। प्लाट की लंबाई चौड़ाई दे दुगने तो एक वध है। लंबाई अते चौड़ाई पता करो। पहली लाइन की दिता होया आपां नूं, देखो आयताकार प्लाट का खेत्रफल मतलब आयत का खेत्रफल 528। हुण आयत के खेत्रफल का की फॉर्मूला हुंदा है? लंबाई गुना चौड़ाई। हो गया, पहली लाइन कंप्लीट। अगली लाइन प्लाट की लंबाई चौड़ाई दे, बिल्कुल देखो जिमें आपां नूं कथन दिता होया समस्या इत्थे आप मैं लिख रहा लंबाई चौड़ाई दे दुगने तो एक वध है, यही लिखा ना, चौड़ाई का दुगना वो तो एक वध है। हुण दूजे स्थान पर किहड़ा पिया, जिहड़ी मेरी गल आ गई आपां कीती सी, एक पहली शर्त, एक शर्त है चौड़ाई। मान लो चौड़ाई x, तो जे चौड़ाई x है तो लंबाई की हो गया x गुना 2 + 1, तो x गुना 2 कितना हो गया 2x + 1, है ना। समीकरण 1। तो हुण खेत्रफल दिता होया है लंबाई 2x + 1 गुना चौड़ाई किहदे बराबर आ गया 528 दे। ਇਹਦੀ ਇਹਦੇ ਨਾਲ गुना की 2x की 2, ਇਹਦੀ ਇਹਦੇ ਨਾਲ की 1 गुना x बराबर 528। x 528 इधर आके कादा हो गया माइनस का। हुण या तो इनू फिर मेरी गल उही आ रही है कि आपां इनू गुणनखंड विधि नाल करांगे या आपां इनू दो घाती फॉर्मूले नाल। ये उदाहरण आपां दो घाती फॉर्मूले चलो हल करते हैं। ਇਹਦੀ तुलना करती ax की 2 + bx + c बराबर 0 नाल तुलना करन ते, तो a कितना आ गया 2, b आ गया 1, c आ गया -528, यही आ गया ना। सब तो पहला आपां कढदे सी डिस्क्रिमिनेंट, b की 2 -4 -ac, यही सी। तो फिर उदों पहला b की कीमत भरी 1, a आ गया 2, c आ गया -528, 1 की 2 बार गुना की 1, माइनस माइनस प्लस 4 दूनी 8, हुण 528 की 8 नाल गुना करनी है, 8 8 64, 4 6, 8 दूनी 16 ते 6 22, 2 4224। ये आ गया जोड़ करके 4225। ठीक, तो फॉर्मूला की सी x बराबर -b + -√d वटा 2a। कीमत भरियां b का प्लस का एवं d आ गया 4225, a आ गया 2। हुण 4225 किहदा वर्गमूल है? गुणनखंड विधि नाल आपां 8वीं क्लास किया होया, तो चैक कर लियो, ये 65 का आ जाऊगा वटे 2 दूनी 4। इत्थे 2 निशान है, एक बार प्लस का निशान, एक बार माइनस का निशान। -1 + 65 64 वटे कितना आ गया 16,
-66/4 ਇਹ ਮਾਈਨਸ ਆ ਗਿਆ। ਹੱਲ ਜੋ ਵੀ ਹੋ ਰਿਹਾ क्योंकि आप भुजावां की गल कर रहे हैं तो क्लीयर है माइनस च कदे नहीं आता, ये रिजैक्ट हो जाऊगा। तो हल किया एक्स अपने कोल कितना आ गया 16 आ गया है ना। हल करके एक्स अपने कोल कितना आ गया 16 आ गया। हुण एक्स की सी चौड़ाई, देखो हल किया एक्स 16 आ गया, एक्स की सी चौड़ाई, तो चौड़ाई बराबर एक्स बराबर 16 की चल रही है मीटर, तो लंबाई की होगी 2x + 1, 2 16 + 1, 16 दूना 32, 1 33 मीटर। अगर आंसर चेक करना है की करांगे आप खेत्रफल इन्हां दोहां की गुणा करके देखो, 16 ते 33 की गुणा करके देखो, तुहाडा जिहड़ा आंसर कितना आऊगा 528 आना है। तो देखो इस तरीके दे नाल आपां क्वेश्चनां नूं बड़ी आसानी दे नाल कर सकते हैं। एक उदाहरण आपां होर लैके चलते हैं। दो वर्गां दे खेत्रफलां दा जोड़ 468 वर्ग मीटर है। दो वर्गां दे खेत्रफलां दा जोड़ 400 वर्ग मीटर है अते उन्हां दे परिमापां दा अंतर 24 मीटर है। उन्हां दे परिमापां दा अंतर 24 मीटर है। भुजावां पता करो, दोनों वर्ग दियां भुजावां पता करो। पहली लाइन खेत्रफलां दा जोड़, दो वर्ग ने तो क्लीयर है दोहां दी भुजावां ने। मान लो पहले दी भुजा एक्स, पहले वर्ग दी भुजा एक्स अते क्योंकि मीटर चल रहा है, अते दूजे दी भुजा वाई मीटर है ना। हुण पहली समीकरण की कह रहा है, वर्गां दे खेत्रफलां दा जोड़ 468। वर्ग का खेत्रफल की होंदा भुजा गुना भुजा या भुजा की घात 2। तो पहले की घात 2 प्लस दूजे की घात 2 किहदे बराबर आ गया 468। ये बन गई पहली समीकरण। दूजा उन्हां दे परिमापां दा अंतर 24। परिमाप की होंदा है 4 गुना पहली भुजा -4 गुना दूजी भुजा। क्योंकि उहदे जोड़ है, छोटे वड्डे का कोई फर्क नहीं पैंदा। सौखा करने लई देखो तीनों संख्यावां 4 नाल वंडियां जांदियां, तो 4 नाल वंडन ते x - y बराबर है 6। इत्थों आपां x की कीमत कढदे हां, किन्नी आ गई 6 + y। की करिए समीकरण 1 विच भरन ते, तो समीकरण 1 की तो पहली की होगी जिथे x है आप इसकी कीमत भर देंगे 6 + y दी 2 + y दी 2 बराबर 468। इनू हल किया। फार्मूला a + b दी 2, a दी 2 + b दी 2 + 2ab + y दी 2 बराबर 468। y दी 2 y दी 2 2y दी 2, 6 दूनी 12y, क्योंकि मैं ऑर्डर च लिख रहा 6 × 6 = 36, 468 इधर आके कादा हो गया माइनस का। तो 2y दी 2 + 12y इनू आपां माइनस करांगे, कितना आ गया 432। तीनों संख्यावां 2 नाल वंडियां जांदियां, तो क्वेश्चन नूं सौखा करिए 2 नाल वंडन ते y दी 2 + 6y - 216 बराबर 0। तो जो गुणनखंड बनावांगे y दी 2 + 18y, इनू हल करके गुणनखंड विधि आप यूज़ कर रहे हैं। पहला जोड़ा y साझा y + 18, दूजा जोड़ा y साझा -12 साझा आ हो गया। तो देखो इनू हल किया, आ अपने को साझा निकल गया, पिछे आ हुण या तो आ 0 बनूगा, यही है ना। तो y किहदे बराबर आ गया -18 दे, पर भुजा माइनस नहीं हो सकती, तो यह हो गया रिजैक्ट। y - 12 बराबर 0, तो y किहदे बराबर आ गया 12 दे। y 12 आ गया, x कित्थे है आ रहा की है x 6 + y 6 + 12 कितना आ गया 18।
ਤੇ ਆਨਸਰ ਵੈਰੀਫਾਈ ਕਰਨਾ ਹੈ ਤੁਸੀਂ ਇੱਥੇ ਆਨਸਰ ਕਿਸੇ ਵੀ ਇੱਕ ਸਮੀਕਰਨ 'ਚ ਜਾਂ ਇਹਦੇ ਵਿੱਚ ਭਰ ਕੇ ਆਨਸਰ ਨੂੰ ਕੀ ਕਰ ਸਕਦੇ ਹੋ ਵੈਰੀਫਾਈ ਕਰ ਸਕਦੇ ਹੋ। ਤਾਂ ਇਹ ਹੋ ਗਿਆ ਆਪਣਾ ਅੱਜ ਦਾ ਟੌਪਿਕ। ਥੈਂਕ ਯੂ।